ਹੈਲੋ ਸਟੂਡੈਂਟਸ, ਵੈਲਕਮ ਯੂ ਆਲ ਔਨ ਸੀਬੀਸੀ ਸਿੱਖਿਆ ਆਨਲਾਈਨ ਪਲੇਟਫਾਰਮ। ਸਟੂਡੈਂਟਸ, ਮੈਂ ਤੁਹਾਡਾ ਆਪਣਾ ਗੁਰਲਾਲ ਸਰਾਂ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਜੀ 50 ਮਾਰਕਸ ਦੀ ਜੋ ਜੀਕੇ ਆ ਰਹੀ ਹੈ ਉਸ ਦੇ ਇੰਪੋਰਟੈਂਟ ਟੌਪਿਕਸ ਬਾਰੇ ਐਂਡ ਸਟੱਡੀ ਪਲਾਨ ਬਾਰੇ। ਠੀਕ ਹੈ, ਤੁਹਾਨੂੰ ਸਭ ਨੂੰ ਪਤਾ ਰਾਜੇ ਪੀਕ ਟ੍ਰਿਪਲ ਐਸ ਬੀ ਜੌਬਸ ਦਾ ਸਿਲੇਬਸ ਆ ਚੁੱਕਾ ਹੈ ਨਾ, ਉਸ ਦੇ ਵਿੱਚ 50 ਮਾਰਕਸ ਦੀ ਉਹਨਾਂ ਨੇ ਜੀਕੇ ਪਾਈ ਹੈ। ਹੁਣ ਤੁਹਾਡੇ ਸਭ ਦੇ ਮਨ 'ਚ ਇਹੀ ਸਵਾਲ ਹੈ ਵੀ ਹੁਣ ਕੀ ਕੁਝ ਕਰੀਏ ਕਿਉਂਕਿ 1.5-2 ਮੰਥ ਬਾਅਦ ਪੇਪਰ ਸਟਾਰਟ ਹੋ ਜਾਣੇ ਨੇ ਹੁਣੇ, ਤਾਂ ਹੁਣ ਕੀ ਕੁਝ ਕਰੀਏ ਤਾਂ ਕਿ ਅਸੀਂ ਇਹਨਾਂ 1.5-2 ਮੰਥ ਦੇ ਵਿੱਚ ਜੋ ਸਾਡੇ ਕੋਲ ਲਾਸਟ 45 ਟੂ 50 ਡੇਜ਼ ਬਚੇ ਨੇ ਇਹਨਾਂ ਦੇ ਵਿੱਚ ਅਸੀਂ ਆਪਣੇ 50 ਨੰਬਰ ਨੂੰ ਅੱਛੇ ਤਰੀਕੇ ਨਾਲ ਪੱਕਾ ਕਰ ਸਕੀਏ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਸਿਲੇਬਸ ਤੇ ਝਾਤੀ ਮਾਰ ਲੈਂਦੇ ਹਾਂ। ਜੋ ਜੀਕੇ ਦਾ ਸਪੈਸ਼ਲੀ ਸਿਲੇਬਸ ਹੈ ਇਸ ਦੇ ਵਿੱਚ ਜਰਨਲ ਨੌਲੇਜ ਸਪੈਸ਼ਲੀ ਤੌਰ ਤੇ ਮੈਂਸ਼ਨ ਕੀਤੀ ਹੈ ਐਂਡ ਕਰੰਟ ਅਫੇਅਰਸ ਮੈਂਸ਼ਨ ਕੀਤੇ ਨੇ। ਕਾਫੀ ਬੱਚਿਆਂ ਦੇ ਮਨ 'ਚ ਦੁਵਿਧਾ ਹੈ, ਕਾਫੀ ਬੱਚਿਆਂ ਦੇ ਮਨ 'ਚ ਵਿਚਾਰ ਹੈ ਵੀ ਇਹਨਾਂ ਨੇ ਮਾਡਰਨ ਕਹਿਤੀ, ਇਹਨਾਂ ਨੇ ਏਸ਼ੀਅੰਟ ਨਹੀਂ ਕਹੀ, ਮਡਾਈਵਲ ਨਹੀਂ ਕਹੀ, ਉਹ ਸ਼ਾਇਦ ਨਹੀਂ ਆਵੇਗੀ। ਜੋਗ੍ਰਾਫੀ ਨਹੀਂ ਕਹੀ, ਉਹ ਸ਼ਾਇਦ ਨਹੀਂ ਆਵੇਗੀ। ਸਾਇੰਸ ਨਹੀਂ ਕਹੀ, ਉਹ ਸ਼ਾਇਦ ਨਹੀਂ ਆਵੇਗੀ। ਸਾਇੰਸ ਟੈਕ ਕਹਿਤਾ, ਉਹ ਆਵੇਗੀ, ਹੈ ਨਾ। ਤਰ੍ਹਾਂ ਤਰ੍ਹਾਂ ਦੇ ਸਵਾਲ ਨੇ, ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਗਾਈਡ ਮਿਲਦੇ ਨੇ ਵੀ ਆਹ ਕੁਝ ਕਰ ਲਓ ਜੀ, ਇਹ ਕੁਝ ਕਰ ਲਓ, ਇਹ ਕੁਝ ਆਵੇਗਾ। ਬਟ ਮੈਂ ਅੱਜ ਤੁਹਾਨੂੰ ਉਹੀ ਟੌਪਿਕ ਦੱਸਾਂਗਾ ਜੋ ਡਾਇਰੈਕਟ ਐਗਜ਼ਾਮ ਵਿੱਚ ਆਉਣਗੇ। ਠੀਕ ਹੈ, ਕਿਉਂਕਿ ਆਪਾਂ ਰਿਸਕ ਨਹੀਂ ਲੈ ਸਕਦੇ। ਉਹੀ ਚੀਜ਼ਾਂ ਮੈਂ ਤੁਹਾਨੂੰ ਦੱਸਾਂਗਾ ਜੋ ਕਿ ਇੰਪੋਰਟੈਂਟ ਨੇ ਪੇਪਰ ਦੇ ਪੁਆਇੰਟ ਆਫ ਵਿਊ ਰਾਹੀਂ। ਠੀਕ ਹੈ, ਸਿਲੇਬਸ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਪੋਲੀਟੀਕਲ ਇਸ਼ੂਜ਼ ਹੋ ਗਏ, ਇਨਵਾਇਰਨਮੈਂਟ ਇਸ਼ੂਜ਼ ਹੋ ਗਏ, ਕਰੰਟ ਅਫੇਅਰਸ ਹੋ ਗਏ, ਸਾਇੰਸ ਐਂਡ ਟੈਕ ਹੋ ਗਿਆ। ਠੀਕ ਹੈ, ਇਸ ਤੋਂ ਇਲਾਵਾ ਇਕਨੋਮਿਕਸ ਹੋ ਗਿਆ ਰਾਜੇ, ਹਿਸਟਰੀ ਆਫ ਪੰਜਾਬ ਹੋ ਗਿਆ, ਹਿਸਟਰੀ ਆਫ ਇੰਡੀਆ ਹੋ ਗਿਆ, ਫਰੀडम फाइटर्स जो फ्रीडम स्ट्रगल बारे आ गया, स्पोर्ट्स आ गया एंड सिनेमा एंड अपने को लिटरेचर आ गया। हुण देखो इन्होंने पंजाब जीके नूं दो वारी मैंशन किया है। एक ना तो पंजाब जीके इन्होंने इत्थे मैंशन करता, हिस्टरी इत्थे मैंशन करती, एक ना इन्होंने पंजाब जीके नूं नैक्सट 20 मार्क्स दे विच भी इन्होंने ऐड करता भी पंजाब दी हिस्टरी वगैरह, पंजाब दा कल्चर वगैरह, पंजाब दी इकनॉमिक्स वगैरह, लिटरेचर वगैरह, अफगान मुगल सिख गुरु, है ना। इस तो इलावा अपने संत वगैरह, इस तो इलावा गुरु ग्रंथ साहब आदि ग्रंथ बारे, सिख रूलर्स बारे, फ्रीडम मूवमेंट्स बारे, इन्हां सारिਆਂ ਦੇ ਉੱਪਰ ਇਹਨਾਂ ਨੇ ਕੁਐਸਚਨਸ ਐਡ ਕਰਨੇ ਨੇ ਐਗਜ਼ਾਮ ਦੇ ਵਿੱਚ। ਬਟ ਹੁਣ ਆਪਾਂ ਗੱਲ ਕਰਦੇ ਹਾਂ ਕੀ ਇੰਪੋਰਟੈਂਟ ਟੌਪਿਕਸ ਨੇ। ਸਭ ਤੋਂ ਮੇਨ ਗੱਲ ਤਾਂ ਇਹ ਇੰਪੋਰਟੈਂਟ ਟੌਪਿਕਸ ਕਿਹੜੇ ਨੇ ਨਾ। ਸਭ ਤੋਂ ਪਹਿਲੀ ਗੱਲ, ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਤੁਸੀਂ ਕਰਨਾ ਕੀ ਹੈ। ਹੁਣ ਤੁਹਾਡੇ ਕੋਲ ਦਿਨ ਬਚੇ ਨੇ ਰਾਜੇ, ਦਿਨ ਕਿੰਨੇ ਬਚੇ ਨੇ ਤੁਹਾਡੇ ਕੋਲ? ਦਿਨ ਬਚੇ ਨੇ ਤੁਹਾਡੇ ਕੋਲ ਸਿਰਫ 50 ਦਿਨਾਂ 'ਚ ਤੁਸੀਂ ਕੀ ਕਰਨਾ ਨਾ, ਨੈਕਸਟ 50 ਡੇਜ਼ ਤੁਸੀਂ ਕੀ ਕਰ ਸਕਦੇ ਹੋ ਵੀ ਤੁਸੀਂ ਆਪਣੀ ਜੀਕੇ ਨੂੰ 100% ਲੈ ਕੇ ਜਾਓ, ਜੋ ਕਿ ਇੰਪੋਰਟੈਂਟ ਟੌਪਿਕਸ ਨੂੰ ਤੁਸੀਂ ਅੱਛੇ ਤਰੀਕੇ ਨਾਲ ਕਵਰ ਕਰੋ। ਉਹੀ ਟੌਪਿਕ ਕਰੋ ਜੋ ਤੁਸੀਂ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਰਾਹੀਂ ਤੁਹਾਨੂੰ ਇੰਪੋਰਟੈਂਟ ਰਹਿਣਗੇ। ਕਿਉਂਕਿ ਮੈਂ ਇੱਕ ਗੱਲ ਐਕਸਪੀਰੀਅੰਸ ਦੇ ਆਧਾਰ 'ਤੇ ਕਰਾਂਗਾ, ਮੈਂ ਕੋਈ ਤੁਹਾਨੂੰ ਇੱਥੇ PhD ਨਹੀਂ ਕਰਵਾਉਣੀ ਜੀਕੇ ਦੇ ਵਿੱਚ, ਮੈਂ ਤੁਹਾਨੂੰ ਵਿਦਵਾਨ ਨਹੀਂ ਬਣਾਉਣਾ ਜੀਕੇ ਦੇ ਵਿੱਚ। ਮੈਂ ਸਿਰਫ ਉਹੀ ਚੀਜ਼ਾਂ ਦੱਸਾਂਗਾ ਜੋ ਕਿ ਡਾਇਰੈਕਟ ਐਗਜ਼ਾਮ ਦੇ ਵਿੱਚ ਆਉਣਗੀਆਂ, ਕਿਉਂਕਿ ਹੁਣ ਉਹੀ ਚੀਜ਼ਾਂ ਕਰਨ ਦਾ ਫਾਇਦਾ ਜੋ ਐਗਜ਼ਾਮ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਨਾ। ਸਭ ਤੋਂ ਪਹਿਲੀ ਗੱਲ, ਸਭ ਤੋਂ ਪਹਿਲਾ ਪੁਆਇੰਟ ਸਾਡਾ, ਸਭ ਤੋਂ ਪਹਿਲਾ ਫਸਟ ਇੰਪੋਰਟੈਂਟ ਪੁਆਇੰਟ ਅਬਾਊਟ ਸਿਲੇਬਸ, ਸਭ ਤੋਂ ਪਹਿਲਾਂ ਪੰਜਾਬ ਜੀਕੇ। ਪੰਜਾਬ ਜੀਕੇ ਤੁਸੀਂ ਅੱਛੇ ਤਰੀਕੇ ਨਾਲ ਕਰ ਲਓ ਰਾਜੀ। ਪੰਜਾਬ ਜੀਕੇ ਦਾ ਹਰ ਪੁਆਇੰਟ, ਹਿਸਟਰੀ, ਪੰਜਾਬ ਦਾ ਕਲਚਰ, ਪੰਜਾਬ ਦੀ ਇਕਨੋਮਿਕਸ, ਪੰਜਾਬ ਦਾ ਆਪਣੇ ਕੋਲ ਆ ਗਿਆ ਲਿਟਰੇਚਰ ਆ ਗਿਆ, ਪੰਜਾਬ ਜੀਕੇ ਨੂੰ ਅੱਛੇ ਤਰੀਕੇ ਨਾਲ ਕਰ ਲਓ। ਅਗਰ ਤੁਸੀਂ ਸਾਡਾ ਰਿਵੀਜ਼ਨ ਬੈਚ ਜੁਆਇਨ ਕੀਤਾ ਤੁਹਾਨੂੰ ਕਿਤੋਂ ਹੋਰ ਕਰਨ ਦੀ ਲੋੜ ਨਹੀਂ, ਕਿਤੋਂ ਵੀ ਹੋਰ ਕਰਨ ਦੀ ਲੋੜ ਨਹੀਂ। ਸਾਡੀਆਂ ਰਿਵੀਜ਼ਨ ਬੈਚ ਦੀਆਂ ਜੋ ਪੰਜਾਬ ਜੀਕੇ ਦੀਆਂ ਕਲਾਸਿਸ ਨੇ ਉਹ ਲਗਾ ਲਓ, ਜਾਂ ਜੋ ਸਾਡੇ ਕੋਲ ਅਸੀਂ ਜੋ ਆਨਲਾਈਨ ਬੈਚਿਸ ਆਪਣੇ ਕਰਵਾ ਰਹੇ ਹਾਂ ਪੰਜਾਬ ਜੀਕੇ, ਉਹ ਲਗਾ ਲਓ। ਤੁਹਾਨੂੰ ਕਿਤੇ ਵੀ ਹੋਰ ਈਵਨ ਇੱਕ ਸਿੰਗਲ ਪੇਪਰ ਚੱਕਣ ਦੀ ਹੋਰ ਇੱਧਰੋਂ ਉਧਰੋਂ ਲੋੜ ਨਹੀਂ ਪੈਣੀ। ਪੰਜਾਬ ਜੀਕੇ ਬਹੁਤ ਬੈਸਟ ਤਰੀਕੇ ਨਾਲ ਕਰਵਾਈ ਹੋਈ ਹੈ। ਠੀਕ ਹੈ ਰਾਜੇ, ਪੰਜਾਬ ਜੀਕੇ ਤੁਸੀਂ ਸਾਰੀ ਕਰਨੀ ਹੈ। ਪੰਜਾਬ ਜੀਕੇ 'ਚ ਕੋਈ ਕੱਢਣ ਪਾਉਣ ਨੂੰ ਨਹੀਂ ਹੈਗਾ, ਪੰਜਾਬ ਜੀਕੇ ਸਾਰੀ ਕਰਨੀ ਹੈ। ਉਸ ਤੋਂ ਬਾਅਦ ਬੱਚਿਆਂ ਦੇ ਮਨ 'ਚ ਆ ਜਾਂਦਾ ਹੈ ਇੰਡੀਅਨ ਪੋਲਿਟੀ। ਵੀ ਇਹਨਾਂ ਨੇ ਸਿਲੇਬਸ ਵਿੱਚ ਤਾਂ ਕਹਿਤਾ ਜੀ ਕੀ ਆਵੇਗਾ, ਇੰਡੀਅਨ ਕੀ ਆਵੇਗਾ, ਪੋਲੀਟੀਕਲ ਇਸ਼ੂਜ਼ ਆਵੇਗਾ। ਬਟ ਉਹਨਾਂ ਨੇ ਸਿਲੇਬਸ ਦੇ ਵਿੱਚ ਉੱਪਰ ਇੱਕ ਲਾਈਨ ਮੈਂਸ਼ਨ ਕੀਤੀ ਹੈ। ਲਾਈਨ ਮੈਂਸ਼ਨ ਕੀ ਕੀਤੀ ਹੈ? ਜਰਨਲ ਨੌਲੇਜ, ਇਹ ਲਾਈਨ ਮੈਂਸ਼ਨ ਕੀਤੀ ਉਹਨਾਂ ਨੇ। ਹੁਣ ਆਪਣੇ ਕੋਲ ਪੋਲਿਟੀ ਤੁਸੀਂ ਕੀ ਕਰਨਾ ਹੈ, ਪੋਲਿਟੀ ਕੀ ਕੁਝ ਕਰਨਾ ਜੋ ਡਾਇਰੈਕਟਲੀ ਪੇਪਰ 'ਚ ਆ ਸਕਦਾ ਹੈ, ਕਰੰਟ ਜੋ ਪੋਲੀਟੀਕਲ ਇਸ਼ੂਜ਼ ਦੇ ਰਿਲੇਟਡ ਆ ਸਕਦਾ ਹੈ। ਤਾਂ ਤੁਸੀਂ ਪੋਲਿਟੀ ਦੇ ਵਿੱਚ ਮੇਨਲੀ ਜੋ ਆਪਣੇ ਕੋਲ ਕਰ ਲਈਏ ਪਾਰਟ 1 ਸਾਰਾ ਹੀ ਕਰਨਾ ਹੈ, ਕਿਉਂਕਿ ਪਾਰਟ 1 ਹੋ ਗਿਆ, ਪਾਰਟ 2 ਹੋ ਗਿਆ ਨਾ,
ਜਿਵੇਂ ਸਿਟੀਜ਼ਨਸ਼ਿਪ ਵਾਲਾ ਸਿਟੀਜ਼ਨਸ਼ਿਪ ਹੋ ਗਿਆ, ਇਸ ਤੋਂ ਬਾਅਦ ਫੰਡਾਮੈਂਟਲ ਰਾਈਟਸ ਆ ਜਾਂਦਾ ਆਪਣੇ ਕੋਲ, ਫੰਡਾਮੈਂਟਲ ਡਿਊਟੀਜ਼ ਆ ਜਾਂਦਾ ਹੈ, ਠੀਕ ਹੈ, ਡਾਇਰੈਕਟਿਵ ਜੋ ਸਟੇਟ ਪਾਲਿਸੀਜ਼ ਆ ਜਾਂਦੀਆਂ ਨੇ ਸੀ, ਠੀਕ ਹੈ। ਇਸ ਤੋਂ ਇਲਾਵਾ ਆਪਣੇ ਕੋਲ ਪ੍ਰੈਜ਼ੀਡੈਂਟ, ਆਪਣਾ ਸਟੇਟ ਲੈਜਿਸਲੇਟਿਵ ਆ ਗਿਆ ਹੈ ਨਾ, ਉਸ ਤੋਂ ਬਾਅਦ ਆਪਣੇ ਕੋਲ ਸੁਪਰੀਮ ਕੋਰਟ, ਹਾਈ ਕੋਰਟ ਆ ਗਿਆ। ਸਾਰੀਆਂ ਚੀਜ਼ਾਂ ਤੁਸੀਂ ਕਰਕੇ ਜਾਣੀਆਂ ਨੇ। ਇੰਡੀਅਨ ਪੋਲਿਟੀ ਤੁਸੀਂ ਅੱਛੇ ਤਰੀਕੇ ਨਾਲ ਕਰਕੇ ਜਾਣੀ ਹੈ, ਕਿਉਂਕਿ ਐਗਜ਼ਾਮ ਦੇ ਵਿੱਚ ਇੰਡੀਅਨ ਪੋਲਿਟੀ ਆਵੇਗੀ ਹੀ ਆਵੇਗੀ, ਭਾਵੇਂ ਉਹਨਾਂ ਨੇ ਪੋਲੀਟੀਕਲ ਇਸ਼ੂਜ਼ ਮੈਂਸ਼ਨ ਕੀਤਾ, ਪਰ ਇੰਡੀਅਨ ਪੋਲਿਟੀ ਦਾ ਸਟੈਟਿਕ ਪੋਰਸ਼ਨ 100% ਆਵੇਗਾ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਵੀ ਅਰਾਊਂਡ ਅਗਰ ਆਪਾਂ ਮੋਟਾ ਹਿਸਾਬ ਲਾ ਲਈਏ ਤਾਂ PSSB ਦੀਆਂ ਅਰਾਊਂਡ 10 ਤਰ੍ਹਾਂ ਦੀਆਂ ਉਹਨਾਂ ਨੇ ਸਿਲੇਬਸ ਇਸ਼ੂ ਕੀਤਾ, ਤਾਂ 10 ਤਰ੍ਹਾਂ ਦੇ ਸਿਲੇਬਸ ਦੇ ਵਿੱਚ ਜੀਕੇ ਦਾ ਆਲਮੋਸਟ ਸੇਮ ਹੀ ਹੈ। ਹੁਣ ਤੁਸੀਂ ਇੱਕ ਮੋਟੀ ਦੀ ਗੱਲ ਸੋਚ ਕੇ ਵੇਖੋ, ਅਗਰ 50 ਨੰਬਰ ਦੀ ਜੀਕੇ ਹੈਗੀ ਹੈ, 10 ਪੇਪਰਾਂ 'ਚ 50 ਨੰਬਰ ਦੀ ਜੀਕੇ ਹੋਣੀ ਹੈ, ਤਾਂ ਇਹ ਤਾਂ ਨਹੀਂ ਐਗਜ਼ਾਮੀਨਰ 500 ਕੁਐਸਚਨ ਹੀ ਸਿਲੈਕਟ ਕਰੇਗਾ ਵੀ 500 ਕੁਐਸਚਨ, ਘੱਟੋ ਘੱਟ ਉਹ 2000 ਕੁਐਸਚਨ ਸਿਲੈਕਟ ਕਰੇਗਾ, ਉਸ ਦੇ ਵਿੱਚੋਂ 500 ਕੁਐਸਚਨਸ ਪਾਏਗਾ ਜੀਕੇ ਦੇ, ਜੋ 10 ਅਲੱਗ-ਅਲੱਗ ਤਰ੍ਹਾਂ ਦੇ ਪੇਪਰ ਨੇ। ਸੇਮ ਤਾਂ ਪਾ ਨਹੀਂ ਸਕਦੇ, ਭਾਵੇਂ ਤੁਸੀਂ ਕਹਿ ਦਿਓ ਵੀ ਐਕਸਾਈਜ਼ ਦੀ ਜੀਕੇ ਵੀਡੀਓ ਦੇ ਪੇਪਰ 'ਚ ਆ ਜੇ, ਉਹ ਤਾਂ ਆਉਣੀ ਨਹੀਂ, ਕੁਐਸਚਨਸ ਤਾਂ ਡਿਫਰੈਂਟ ਹੋਣਗੇ। ਬਟ ਤੁਸੀਂ ਇਹ ਦੇਖ ਲਓ, ਜਦੋਂ ਐਗਜ਼ਾਮੀਨਰ ਆਪਣਾ ਬੈਠੇਗਾ, ਐਗਜ਼ਾਮੀਨਰ ਪੇਪਰ ਸਿਲੈਕਟ ਕਰਨ ਲਈ ਬੈਠੇਗਾ, ਕੁਐਸਚਨ ਸਿਲੈਕਟ ਕਰਨ ਲਈ ਬੈਠੇਗਾ, ਪਹਿਲਾਂ ਉਹ ਮੋਟੇ ਅਰਾਊਂਡ ਮੋਟੇ ਆਪਾਂ ਲਾ ਦਈਏ 2000 ਕੁਐਸਚਨ ਜੀਕੇ ਦਾ ਸਿਲੈਕਟ ਕਰੇਗਾ ਨਾ, ਜੀਕੇ ਦਾ ਸਿਲੈਕਟ ਕਰੇਗਾ। ਉਸ ਤੋਂ ਬਾਅਦ ਉਹ ਜਿੰਨੀਆਂ ਆਪਣੇ ਕੋਲ ਐਗਜ਼ਾਮਪਲ ਲਈਏ ਵੀ ਮੰਨ ਕੇ ਚਲੋ 10 ਸੇਮ ਤਰ੍ਹਾਂ ਦੇ ਪੇਪਰ ਹੈਗੇ ਨੇ ਆਪਣੇ ਕੋਲ ਹੈ ਨਾ, ਤਾਂ 500 ਕੁਐਸਚਨ ਦਾ ਜੀਕੇ ਦਾ ਬੰਦਾ ਹੀ ਬੰਦਾ ਹੈ, ਤਾਂ 500 ਕੁਐਸਚਨ ਜੀਕੇ ਦਾ 2000 ਚੋਂ ਕੱਢਣਾ ਹੈ। ਹੁਣ ਇਹ ਕਿਵੇਂ ਹੋ ਸਕਦਾ ਵੀ ਇੰਡੀਅਨ ਪੋਲਿਟੀ ਨਾ ਆਵੇਗੀ? ਇੰਡੀਅਨ ਪੋਲਿਟੀ 100% ਆਵੇਗੀ, ਤੇ ਬੇਸਿਕ ਨਹੀਂ ਛੱਡਣਾ। ਅਗਰ ਕਿਸੇ ਬੱਚੇ ਨੇ ਬੇਸਿਕ ਛੱਡਤਾ, ਸਮਝ ਲਓ ਉਹ ਨੈਕਸਟ 32000 ਪੋਸਟਾਂ ਦੀ ਤਿਆਰੀ ਕਰ ਲੇ, ਉਹਦਾ 25000 ਵੈਕੈਂਸੀਜ਼ ਦੇ ਵਿੱਚ ਨੰਬਰ ਆਉਣਾ ਔਖਾ ਹੋ ਜਾਏਗਾ। ਇਹ ਵਾਰ-ਵਾਰ ਕਹਿ ਰਹੇ ਹਾਂ, ਬੇਸਿਕ ਆਪਣਾ ਅੱਛੇ ਤਰੀਕੇ ਨਾਲ ਕਰਕੇ ਜਾਓ। ਇੰਡੀਅਨ ਪੋਲਿਟੀ ਤੁਸੀਂ ਸਾਰੀ ਕਰਨੀ ਹੈ, ਜਿੰਨੀ ਵੀ ਇੰਡੀਅਨ ਪੋਲਿਟੀ ਹੈਗੀ ਸਾਰੀ ਤੁਸੀਂ ਕਰਕੇ ਜਾਣੀ ਹੈ। ਦੂਸਰਾ ਕੁਐਸਚਨ ਆ ਜਾਂਦਾ ਆਪਣੇ ਕੋਲ ਇੰਡੀਅਨ ਹਿਸਟਰੀ ਦਾ ਨਾ, ਦੂਸਰਾ ਕੁਐਸਚਨ ਆਪਣੇ ਕੋਲ ਆ ਜਾਂਦਾ, ਤੀਸਰਾ ਪੁਆਇੰਟ ਆ ਜਾਂਦਾ ਇੰਡੀਅਨ ਹਿਸਟਰੀ ਦਾ। ਇੰਡੀਅਨ ਹਿਸਟਰੀ ਦੇ ਵਿੱਚ ਉਹਨਾਂ ਸਪੈਸ਼ਲੀ ਮੈਂਸ਼ਨ ਕੀਤਾ ਮਾਡਰਨ। ਅਗਰ ਤੁਸੀਂ ਮਾਡਰਨ ਕਰ ਰਹੇ ਹੋ ਤਾਂ ਮਾਡਰਨ ਤੁਸੀਂ ਅੱਛੇ ਤਰੀਕੇ ਨਾਲ ਕਰਨੀ ਹੈ 1857 ਤੋਂ ਬਾਅਦ, 1857 ਤੋਂ ਲੈ ਕੇ 1947 ਤੱਕ ਦੀ ਮਾਡਰਨ ਨੂੰ ਅੱਛੇ ਤਰੀਕੇ ਨਾਲ ਕਰਕੇ ਜਾਣਾ ਹੈ। ਇੰਨਾ ਕੁ ਉਹਨੂੰ ਕਨਸੈਪਟ ਨੂੰ ਅੱਛੇ ਤਰੀਕੇ ਨਾਲ ਕਰਕੇ ਜਾਓ, ਬੇਸਿਕ ਅੱਛੇ ਤਰੀਕੇ ਨਾਲ ਕਰਕੇ ਜਾਓ। ਅਗਰ ਰਿਵੀਜ਼ਨ ਬੈਚ ਲਿਆ ਹੋਇਆ ਜਾਂ ਕੋਈ ਵੀ ਸਾਡਾ ਬੈਚ ਲਿਆ ਹੋਇਆ, ਤੁਹਾਨੂੰ ਕਿਤੋਂ ਵੀ ਹੋਰ ਸਿੰਗਲ ਪੇਪਰ ਚੱਕਣ ਦੀ ਲੋੜ ਨਹੀਂ ਪੈਣੀ, ਕਿਉਂਕਿ ਮਨਪ੍ਰੀਤ ਮੈਮ ਨੇ ਬਹੁਤ ਅੱਛੇ ਤਰੀਕੇ ਨਾਲ ਜੋ ਆਪਣੇ ਕੋਲ ਮਾਡਰਨ ਹਿਸਟਰੀ ਕਰਵਾਈ ਹੋਈ ਹੈ ਰਾਜੇ। ਕਿਤੋਂ ਵੀ ਹੋਰ ਗਰੰਟੀ ਦੇਣਾ, ਕਿਤੋਂ ਵੀ ਹੋਰ ਤੁਹਾਨੂੰ 1% ਵੀ ਕੋਈ ਕਾਗਜ਼ ਚੱਕਣ ਦੀ ਲੋੜ ਨਹੀਂ ਪੈਣੀ, ਕਿਉਂਕਿ ਐਕਸਪੀਰੀਅੰਸ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਰਾਜ ਤੁਹਾਡੇ ਨਾਲ, ਠੀਕ ਹੈ। ਉਸ ਤੋਂ ਬਾਅਦ ਆਪਾਂ ਆ ਗਿਆ ਮਿਡਾਈਵਲ ਦੇ 2 ਪੋਰਸ਼ਨ ਤੁਸੀਂ ਕਰਕੇ ਜਾਣੇ ਨੇ। ਇੱਕ ਤਾਂ ਕਰਕੇ ਜਾਣਾ ਰਾਜੇ ਦਿੱਲੀ ਸਲਤਨਤ, ਦੂਜਾ ਕਰਕੇ ਜਾਣਾ ਹੈ ਮੁਗਲ। 2 ਚੀਜ਼ਾਂ ਕਰਕੇ ਜਾ ਰਹੇ ਦੇ, ਦਿੱਲੀ ਸਲਤਨਤ ਪਲੱਸ ਮੁਗਲ ਕਰਕੇ ਤੁਸੀਂ ਜਾਣੇ ਨੇ, ਕਿਉਂਕਿ ਐਗਜ਼ਾਮ ਦੇ ਵਿੱਚ ਭਾਵੇਂ ਮੈਂਸ਼ਨ ਨਹੀਂ ਕੀਤਾ, ਬਟ ਉਹਨਾਂ ਉੱਪਰ ਜਨਰਲ ਨੌਲੇਜ ਮੈਂਸ਼ਨ ਕੀਤੀ ਹੋਈ, ਤਾਂ ਜੀਕੇ ਦੇ ਕੁਐਸਚਨ ਦੇ ਵਿੱਚ ਮਿਡਾਈਵਲ ਆਉਣ ਦੇ ਚਾਂਸ ਹੈਗੇ ਨੇ। ਆਪਾਂ ਇੱਕ ਵੀ ਕੁਐਸਚਨ ਦਾ ਰਿਸਕ ਨਹੀਂ ਲੈ ਸਕਦੇ ਹੈ ਨਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਏਸ਼ੀਅੰਟ ਦੀ। ਕਿਵੇਂ ਐਗਜ਼ਾਮੀਨਰ ਇੰਡਸ ਵੈਲੀ ਸਿਵਲਾਈਜੇਸ਼ਨ ਛੱਡ ਸਕਦਾ ਹੈ, ਕਿਵੇਂ ਉਹ ਜੈਨ ਬੁੱਧ ਦੇ ਰਿਲੇਟਡ ਕੁਐਸਚਨ ਛੱਡ ਸਕਦਾ ਹੈ, ਜਾਂ ਵੇਦਸ ਦੇ ਰਿਲੇਟਡ ਕੁਐਸਚਨ ਛੱਡ ਸਕਦਾ ਹੈ। ਤਾਂ ਤਿੰਨੋਂ ਪੋਰਸ਼ਨ ਤੁਸੀਂ ਅੱਛੇ ਤਰੀਕੇ ਨਾਲ ਕਰਕੇ ਜਾਣਾ। ਏਸ਼ੀਅੰਟ ਦੇ ਵਿੱਚ ਇੰਡੀਅਨ ਜੋ ਵੈਲੀ ਸਿਵਲਾਈਜੇਸ਼ਨ ਹੈਗੀ ਹੈ, ਠੀਕ ਹੈ, ਔਰ ਸੌਰੀ ਇੰਡੀਅਨ ਇੰਡਸ ਵੈਲੀ ਸਿਵਲਾਈਜੇਸ਼ਨ ਕਰਨੀ ਹੈ। ਉਸ ਤੋਂ ਬਾਅਦ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਬਾਅਦ ਤੁਸੀਂ ਜੈਨ ਬੁੱਧ ਅੱਛੇ ਤਰੀਕੇ ਨਾਲ ਕਰਕੇ ਜਾਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਕੋਲ ਵੇਦ ਆ ਗਏ। ਇਹ ਤਿੰਨੋਂ ਟੌਪਿਕ ਅੱਛੇ ਤਰੀਕੇ ਨਾਲ ਕਰਕੇ ਜਾਣੇ ਨੇ। ਤੁਸੀਂ ਇੰਡੀਅਨ ਹਿਸਟਰੀ 'ਚੋਂ ਮਾਰ ਨਹੀਂ ਖਾਂਦੇ। ਇੰਡੀਅਨ ਹਿਸਟਰੀ ਅੱਛੇ ਤਰੀਕੇ ਨਾਲ ਕਰਕੇ ਜਾਓਗੇ। ਮਾਡਰਨ ਤੁਸੀਂ 1857 ਤੋਂ ਲੈ ਕੇ 1947। ਮਿਡਾਈਵਲ ਦੇ ਵਿੱਚੋਂ ਤੁਸੀਂ ਕੀ ਕਰਨਾ ਹੈ, ਮਿਡਾਈਵਲ ਦੇ ਵਿੱਚੋਂ ਤੁਸੀਂ ਦਿੱਲੀ ਸਲਤਨਤ ਐਂਡ ਮੁਗਲ ਅੱਛੇ ਤਰੀਕੇ ਨਾਲ ਕਰਕੇ ਜਾਣੇ ਨੇ। ਏਸ਼ੀਅੰਟ ਦੇ ਵਿੱਚੋਂ 3 ਟੌਪਿਕ ਕਰਨੇ ਨੇ, ਇੰਡਸ ਵੈਲੀ ਸਿਵਲਾਈਜੇਸ਼ਨ, ਉਸ ਤੋਂ ਬਾਅਦ ਵੇਦ, ਉਸ ਤੋਂ ਬਾਅਦ ਆਪਣੇ ਕੋਲ ਆ ਗਏ ਜੈਨ ਬੁੱਧ ਦੇ ਕੁਐਸਚਨ ਅੱਛੇ ਤਰੀਕੇ ਨਾਲ ਕਰਕੇ ਜਾਣੇ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਇਕਨੋਮਿਕਸ। ਹੁਣ ਇਕਨੋਮਿਕਸ ਦੇ ਵਿੱਚ ਹੀ ਬੱਚਿਆਂ ਨੂੰ ਪੂਰੀ ਤਰੀਕੇ ਨਾਲ ਦੁਵਿਧਾ ਬਣੀ ਹੋਈ ਹੈ, ਪੂਰੀ ਤਰੀਕੇ ਨਾਲ ਬੱਚੇ ਕਨਫਿਊਜ਼ ਨੇ ਵੀ ਸਟੈਟਿਕ ਕਰੀਏ ਕਿ ਅਸੀਂ ਕਰੀਏ ਕਰੰਟ ਕਰੀਏ, ਹੈ ਨਾ। ਮਾਡਰਨ ਦੇ ਵਿੱਚ ਕੀ ਹੋਵੇਗਾ, ਗੱਲ ਧਿਆਨ ਰੱਖਣੀ। ਸੌਰੀ ਆਪਣੇ ਕੋਲ ਇਹਦੇ ਵਿੱਚ ਇਕਨੋਮਿਕਸ ਕੀ ਹੋਵੇਗਾ, ਇਕਨੋਮਿਕਸ ਵਿੱਚ ਜ਼ਿਆਦਾ ਸਟੈਟਿਕ ਪੋਰਸ਼ਨ ਨਹੀਂ ਆਉਂਦਾ। ਇਕਨੋਮਿਕਸ ਦੇ ਵਿੱਚ ਕਰੰਟ ਦੇ ਕੁਐਸਚਨ ਆਉਣਗੇ। ਫੋਰ ਐਗਜ਼ਾਮਪਲ ਕਰੰਟ ਦੇ ਕੁਐਸਚਨ ਕਿਹੜੇ ਹੋਣਗੇ, ਬਜਟ ਦੇ ਰਿਲੇਟਡ ਸਕੀਮਸ ਹੋ ਗਈਆਂ, ਬਜਟ ਦੇ ਰਿਲੇਟਡ ਕੁਐਸਚਨਸ ਹੋ ਗਏ। ਇਹ ਵਾਲੇ ਕੁਐਸਚਨ ਤੁਸੀਂ ਅੱਛੇ ਤਰੀਕੇ ਨਾਲ ਕਰਕੇ ਜਾਣੇ ਨੇ। ਅਗਰ ਤੁਸੀਂ ਸਟੈਟਿਕ ਪੋਰਸ਼ਨ 'ਚ ਕਰ ਰਹੇ ਹੋ ਤਾਂ ਇਹਦੀਆਂ ਟਰਮਸ, ਇਕਨੋਮਿਕਸ ਦੀਆਂ ਟਰਮਸ ਹੋ ਗਈਆਂ, ਤੇ 5 ਈਅਰ ਪਲਾਨ ਹੋ ਗਏ। ਇਹ ਤਰੀਕੇ ਅੱਛੇ ਤਰੀਕੇ ਨਾਲ ਕਰਕੇ ਜਾਓਗੇ ਤਾਂ ਤੁਸੀਂ ਇੰਡੀਅਨ ਇਕਨੋਮੀ ਨੂੰ ਅੱਛੇ ਤਰੀਕੇ ਨਾਲ ਆਪਣਾ ਗ੍ਰੈਬ ਕਰ ਸਕਦੇ ਹੋ ਵਿਦਿਨ ਫਿਊ ਡੇਜ਼, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ
ਇਨਵਾਇਰਮੈਂਟ ਦੀ। ਹਾਂਜੀ, ਇਨਵਾਇਰਮੈਂਟ। ਹੁਣ ਇੱਥੇ ਬੱਚੇ ਇੱਥੇ ਵੀ ਕਨਫਿਊਜ਼ ਨੇ, ਸਟੈਟਿਕ ਕਰੀਏ ਜਾਂ ਕਰੰਟ ਕਰੀਏ, ਬਟ ਇੱਥੇ ਇਨਵਾਇਰਮੈਂਟ ਦੇ ਸਟੈਟਿਕ ਦੇ ਕੁਐਸਚਨ ਜ਼ਿਆਦਾ ਆਉਣਗੇ ਐਂਡ ਕਰੰਟ ਦੇ ਕੁਐਸਚਨਸ ਘੱਟ ਆਉਣਗੇ। ਕਰੰਟ ਦੇ ਥੋੜ੍ਹੇ ਬਹੁਤ ਕੁਐਸਚਨਸ ਆਉਣਗੇ ਪਰ ਸਟੈਟਿਕ ਕੁਐਸਚਨ ਜ਼ਿਆਦਾ ਆਉਣਗੇ। ਸਟੈਟਿਕ ਕੁਐਸਚਨ ਤੁਸੀਂ ਅੱਛੇ ਤਰੀਕੇ ਨਾਲ ਜਿਹੜੀ ਇਹ ਇਨਵਾਇਰਮੈਂਟ ਐਂਡ ਇਕੋਲੋਜੀ ਦੇ ਕੁਐਸਚਨ ਜ਼ਰੂਰ ਕਰਕੇ ਜਾਣੇ, ਇਨਵਾਇਰਮੈਂਟ ਪਲੱਸ ਇਕੋਲੋਜੀ ਦੇ ਕੁਐਸਚਨ ਕਰਕੇ ਜਾਣੇ ਨੇ। ਸਟੈਟਿਕ ਜ਼ਿਆਦਾ ਆਵੇਗੀ, ਕਰੰਟ ਇਹਦੇ ਕੁਐਸਚਨ ਘੱਟ ਆਉਣਗੇ, ਠੀਕ ਹੈ। ਉਸ ਤੋਂ ਬਾਅਦ ਆ ਜਾਂਦੀ ਜਿਓਗ੍ਰਾਫੀ। ਹੁਣ ਬੱਚਿਆਂ ਦਾ ਮੇਨ ਕੁਐਸਚਨ ਜਿਓਗ੍ਰਾਫੀ ਦਾ ਮੈਂਸ਼ਨ ਨਹੀਂ ਕੀਤੀ, ਜਿਓਗ੍ਰਾਫੀ ਅਸੀਂ ਕਿਉਂ ਕਰਕੇ ਜਾਣੀ ਹੈ, ਇਹ ਤਾਂ ਐਵੇਂ ਬੋਲੀ ਜਾਂਦਾ ਹੈ ਨਾ, ਇਹਨੂੰ ਕੀ ਪਤਾ ਹੈ। ਪਰ ਜਿਓਗ੍ਰਾਫੀ ਆਵੇਗੀ ਪੇਪਰ ਦੇ ਵਿੱਚ, 2-3 ਟੌਪਿਕਸ ਇੰਪੋਰਟੈਂਟ ਨੇ, ਸੋਲਰ ਸਿਸਟਮ ਐਂਡ ਇੰਡੀਅਨ ਜਿਓਗ੍ਰਾਫੀ। ਧਿਆਨ ਰੱਖਣਾ ਸੋਲਰ ਸਿਸਟਮ ਨੂੰ ਅੱਛੇ ਤਰੀਕੇ ਨਾਲ ਕਰਕੇ ਜਾਣਾ। 1-2 ਕੁਐਸਚਨ ਵੀ ਜੇ ਪੇਪਰ 'ਚ ਆ ਗਏ ਤਾਂ 1-2 ਕੁਐਸਚਨ ਹੀ ਕੰਮ ਵਿਗਾੜ ਜਾਂਦੇ ਨੇ। ਤੁਹਾਨੂੰ ਸਭ ਨੂੰ ਪਤਾ ਹੈ 80% ਨੰਬਰ ਵਾਲਾ ਪਾਸ, 80% ਨੰਬਰ ਵਾਲਾ ਜੌਬ ਲਏਗਾ, 80% ਤੋਂ ਉੱਪਰ ਦੀ ਮੈਰਿਟ ਜਾਵੇਗੀ, ਤੁਹਾਨੂੰ ਸਭ ਨੂੰ ਪਤਾ ਹੀ ਹੈ। ਬੱਚੇ ਬਹੁਤ ਅੱਛੇ ਤਰੀਕੇ ਨਾਲ ਪੜ੍ਹ ਰਹੇ ਨੇ, ਤਾਂ ਇੰਡੀਅਨ ਜਿਓਗ੍ਰਾਫੀ ਐਂਡ ਸੋਲਰ ਸਿਸਟਮ ਨੂੰ ਅੱਛੇ ਤਰੀਕੇ ਨਾਲ ਕਰਕੇ ਜਾਣਾ ਹੈ। ਭਾਵੇਂ ਉਹਨਾਂ ਨਹੀਂ ਮੈਂਸ਼ਨ ਕੀਤਾ, ਉਹਨਾਂ ਇਹ ਕਹਿਣਾ ਸੀ ਜਰਨਲ ਨੌਲੇਜ ਮੈਂਸ਼ਨ ਕੀਤੀ ਸੀ, ਤੁਸੀਂ ਫਿਰ ਉੱਥੇ ਕੀ ਕਹੋਗੇ, ਹੈ ਨਾ। ਤਾਂ ਤੁਸੀਂ ਜਿਓਗ੍ਰਾਫੀ ਨੂੰ ਅੱਛੇ ਤਰੀਕੇ ਨਾਲ ਆਪਣਾ ਕਰਕੇ ਜਾਣਾ। ਨੈਕਸਟ ਹੈਗਾ ਸਾਇੰਸ ਟੈਕ। ਸਾਇੰਸ ਟੈਕ ਕਰੰਟ ਅੱਛੇ ਤਰੀਕੇ ਨਾਲ ਕਰਕੇ ਜਾਓ। ਸਟੈਟਿਕ ਭਾਵੇਂ ਥੋੜੀ ਬਹੁਤ ਕਰ ਲਓ। ਸਟੈਟਿਕ ਜਿਵੇਂ ਆਪਣੇ ਕੋਲ ਆ ਗਿਆ ਮਿਜ਼ਾਈਲਸ ਆ ਗਈਆਂ ਨਾ, ਮਿਜ਼ਾਈਲਸ ਦੇ ਕੁਐਸਚਨਸ ਆ ਗਏ, ਸੈਟੇਲਾਈਟ ਦੇ ਉੱਪਰ ਕੁਐਸਚਨਸ ਆ ਗਏ, ਇਹ ਕੁਐਸਚਨਸ ਕਰ ਲਓ। ਬਟ ਕਰੰਟ ਦਾ ਕੁਐਸਚਨਸ ਜ਼ਰੂਰ ਕਰੋ। ਸਾਇੰਸ ਐਂਡ ਟੈਕ ਦੇ ਵਿੱਚ ਜਿਹੜੇ ਤੁਹਾਡੇ ਕੋਲ ਆਪਣੇ ਕੋਲ ਕਰੰਟ ਦੇ ਕੁਐਸਚਨਸ ਜ਼ਿਆਦਾ ਆਉਣ ਦੇ ਚਾਂਸ ਹੈਗੇ ਨੇ, ਠੀਕ ਹੈ। ਉਸ ਤੋਂ ਇਲਾਵਾ ਆਪਣੇ ਕੋਲ ਆ ਗਿਆ ਸਾਇੰਸ ਵਿੱਚ ਬਾਇਓਲੋਜੀ ਅੱਛੇ ਤਰੀਕੇ ਨਾਲ ਕਰਕੇ ਜਾਓ ਰਾਜੇ। ਬਾਇਓ ਦੇ ਕੁਐਸਚਨਸ ਆਉਣਗੇ ਐਂਡ ਸਟੈਟਿਕ ਜੀਕੇ। ਸਟੈਟਿਕ ਜੀਕੇ 'ਚ ਕਿਹੜੇ ਕੁਐਸਚਨਸ ਪਾ ਸਕਦਾ ਹੈ। ਸਟੈਟਿਕ ਜੀਕੇ ਅਗਰ ਤੁਸੀਂ ਸਟੈਟਿਕ ਜੀਕੇ ਕਰ ਰਹੇ ਹੋ ਨਾ, ਸਟੈਟਿਕ ਜੀਕੇ PYQ ਕਰ ਲਓ। ਸਟੈਟਿਕ ਜੀਕੇ 'ਚ PYQ ਕਰ ਲਓ। ਜਿਵੇਂ ਸਪੋਰਟਸ ਰਿਲੇਟਡ ਹੋ ਗਿਆ, ਲਿਟਰੇਚਰ ਰਿਲੇਟਡ ਹੋ ਗਿਆ, ਅਵਾਰਡਸ ਹੋ ਗਏ, ਬੁੱਕਸ ਅਵਾਰਡਸ ਹੋ ਗਏ, ਲਿਟਰੇਚਰ ਬੁੱਕਸ ਇਕੱਠੀਆਂ ਹੋ ਗਈਆਂ, ਸਿਨੇਮਾ ਰਿਲੇਟਡ ਕੁਐਸਚਨਸ ਹੋ ਗਏ, ਠੀਕ ਹੈ। ਉਸ ਤੋਂ ਇਲਾਵਾ ਆਪਣੇ ਕੋਲ ਫਸਟ ਲਾਸਟ ਵਾਲੇ ਕੁਐਸਚਨ, ਫਸਟ ਪਰਸਨ ਲਾਸਟ ਪਰਸਨ ਵਾਲੇ ਕੁਐਸਚਨਸ ਹੋ ਗਏ। ਜਿਵੇਂ ਇੰਡੀਅਨ ਜਿਓਗ੍ਰਾਫੀ ਦੇ ਵਿੱਚ ਰਿਵਰਸ ਵਾਲੇ ਕੁਐਸਚਨਸ ਹੁੰਦੇ ਨੇ, ਉਹਨਾਂ ਉੱਪਰ ਕੁਐਸਚਨਸ ਆ ਸਕਦੇ ਨੇ। ਜਿਵੇਂ ਇੰਡੀਅਨ ਜਿਓਗ੍ਰਾਫੀ ਦੇ ਵਿੱਚ ਆਪਣੇ ਕੋਲ ਜਿਵੇਂ ਆਪਣਾ ਪਾਸਿਸ ਦੇ ਉੱਪਰ ਕੁਐਸਚਨਸ ਆ ਸਕਦੇ ਨੇ, ਇਹ ਵਾਲੇ ਕੁਐਸਚਨਸ ਕਰ ਲਓ। ਭਾਵੇਂ ਇਹਦੇ 'ਚੋਂ ਤੁਸੀਂ ਆਪਣਾ ਅੱਛੇ ਤਰੀਕੇ ਨਾਲ ਅਗਰ ਤੁਸੀਂ PYQ ਵੀ ਕਰ ਲੈਂਦੇ ਹੋ ਤਾਂ ਵੀ ਤੁਸੀਂ ਅੱਛੇ ਤਰੀਕੇ ਨਾਲ ਕਰ ਸਕਦੇ ਹੋ ਨਾ। ਉਸ ਤੋਂ ਬਾਅਦ ਹੁਣ ਕਈ ਬੱਚਿਆਂ ਦਾ ਸਵਾਲ ਹੁੰਦਾ ਹੈ ਵੀ ਕਿਵੇਂ ਦਾ ਪੋਰਸ਼ਨ ਰਹੇਗਾ 50 ਮਾਰਕਸ ਦੇ ਵਿੱਚੋਂ, ਕਿਵੇਂ ਦਾ ਇੱਕ ਸਟ੍ਰੈਟਜੀ ਬਣ ਸਕਦੀ ਹੈ 50 ਮਾਰਕਸ ਚੋਂ, ਕਿਵੇਂ ਨੰਬਰਸ ਨੂੰ ਵੰਡਿਆ ਜਾਵੇਗਾ, ਹੈ ਨਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਪੰਜਾਬ ਜੀਕੇ। ਪੰਜਾਬ ਜੀਕੇ ਦੇ 21 ਤੋਂ 22 ਕੁਐਸਚਨ ਪੰਜਾਬ ਜੀਕੇ ਦੇ ਆਉਣਗੇ, ਇਹ ਗੱਲ ਯਾਦ ਰੱਖ ਲੈਣੀ। ਉਸ ਤੋਂ ਬਾਅਦ ਕਰੰਟ ਸਭ ਤੋਂ ਜ਼ਿਆਦਾ ਵੇਟੇਜ ਕਿੰਦੀ ਆਵੇਗੀ। ਉਸ ਤੋਂ ਬਾਅਦ ਕਰੰਟ ਕੁਐਸਚਨਸ ਆਉਣਗੇ। ਕਰੰਟ ਘੱਟੋ ਘੱਟ ਵੀ 15 ਕੁਐਸਚਨਸ ਕਰੰਟ ਦੇ ਆਉਣਗੇ, ਕਰੰਟ ਦੇ 15 ਕੁਐਸਚਨਸ ਆਉਣਗੇ, ਠੀਕ ਹੈ। ਤਾਂ ਤੁਸੀਂ ਆਪ ਸਾਲ ਵਾਲੋ 37 ਕੁਐਸਚਨਸ ਜਾਂ 35 ਕੁਐਸਚਨਸ ਇੱਥੇ ਹੀ ਕਵਰ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੋਲਿਟੀ ਦੇ 2 ਤੋਂ 3। ਉਸ ਤੋਂ ਬਾਅਦ ਮਾਡਰਨ ਦੇ 2 ਤੋਂ 3। ਉਸ ਤੋਂ ਬਾਅਦ ਸਾਇੰਸ ਪਲੱਸ ਸਾਇੰਸ ਟੈਕ, ਇਹਦੇ ਵੀ 2 ਕੁਐਸਚਨ। ਉਸ ਤੋਂ ਬਾਅਦ ਆਪਾਂ ਲਗਾ ਲਈਏ ਇਕਨੋਮਿਕਸ ਦੇ ਕੁਐਸਚਨ, ਇਕਨੋਮਿਕਸ ਦੇ 1-2 ਕੁਐਸਚਨਸ ਆਉਣਗੇ, ਠੀਕ ਹੈ। ਮਿਕਸ ਕੁਐਸਚਨ ਹੈਗੇ, ਮਿਕਸ ਜੀਕੇ ਹੋ ਗਈ ਜਾਂ ਸਟੈਟਿਕ ਜੀਕੇ ਜਿਸ ਨੂੰ ਬੋਲਦੇ ਹੋ, ਉਸ ਨੂੰ ਤੁਸੀਂ 5 ਕੁਐਸਚਨ ਯਾਦ ਰੱਖ ਕੇ ਚਲਾਓ। ਇਹ ਪੋਰਸ਼ਨ ਪੇਪਰ 'ਚ ਆਵੇਗਾ, ਇਹ ਗੱਲ ਯਾਦ ਰੱਖ ਲੈਣੀ। ਪੰਜਾਬ ਜੀਕੇ 20 ਤੋਂ 22 ਕੁਐਸਚਨ ਆਉਣ ਦੀ ਉਮੀਦ ਹੈਗੀ ਹੈ। ਕਰੰਟ ਅਰਾਊਂਡ 15 ਕੁਐਸਚਨ ਉਮੀਦ ਹੈਗੀ ਹੈ। 35 ਕੁਐਸਚਨ ਹੋ ਗਏ। ਮਿਕਸ ਜਾਂ ਸਟੈਟਿਕ ਕੁਐਸਚਨ 5 ਕੁਐਸਚਨ ਆ ਜਾਣਗੇ ਰਾਜੇ ਤੁਹਾਡੇ ਕੋਲ, ਹੈ ਨਾ। ਤਾਂ 40 ਹੋ ਗਏ। ਬਾਕੀ 2-2 3-3 ਕੁਐਸਚਨ ਆਉਣਗੇ। ਜਿਵੇਂ ਇੰਡੀਅਨ ਪੋਲਿਟੀ 'ਚੋਂ 2-3 ਕੁਐਸਚਨ ਆ ਗਏ, ਮਾਡਰਨ 'ਚੋਂ 2-3 ਕੁਐਸਚਨਸ ਆ ਗਏ, ਸਾਇੰਸ ਟੈਕ 'ਚੋਂ 1-2 ਕੁਐਸਚਨ ਆ ਗਏ, ਇਨਵਾਇਰਮੈਂਟ 'ਚੋਂ 1-2 ਕੁਐਸਚਨ ਆ ਗਏ, ਠੀਕ ਹੈ। ਤਾਂ ਐਵੇਂ ਦਾ ਪੋਰਸ਼ਨ ਬਣੇਗਾ, ਐਵੇਂ 50 ਮਾਰਕਸ ਨੂੰ ਕਰਨਾ ਤੁਸੀਂ, ਠੀਕ ਹੈ। ਉਸ ਤੋਂ ਇਲਾਵਾ ਕਰੰਟ ਫਿਰ ਕਦੋਂ ਤੋਂ ਕਰਨੇ ਨੇ? ਕਰੰਟ ਫਿਰ ਤੁਸੀਂ ਜਨਵਰੀ 2022 ਤੋਂ ਲੈ ਕੇ ਅਗਸਤ 30 ਅਗਸਤ 31 ਅਗਸਤ ਜੋ ਵੀ ਹੈਗਾ ਉਸ ਤੱਕ ਕਰੰਟ ਤੁਸੀਂ ਕਰਨਾ ਆਪਦਾ, ਠੀਕ ਹੈ। ਉਦੋਂ ਤੱਕ ਤੁਸੀਂ ਆਪਣਾ ਕਰੰਟ ਕਰ ਸਕਦੇ ਹੋ। ਸਾਡਾ ਜੋ ਸਟੱਡੀ ਪਲਾਨ ਜਾਂ ਤੁਹਾਡਾ ਸਟੱਡੀ ਪਲਾਨ ਕਿਵੇਂ ਦਾ ਹੋਣਾ ਚਾਹੀਦਾ ਹੈ ਨਾ, ਕਿਵੇਂ ਦਾ ਹੈਗਾ, ਅਸੀਂ ਕਿਵੇਂ ਕਰਵਾ ਰਹੇ ਹਾਂ, ਤੇ ਉਵੇਂ ਤੁਸੀਂ ਫੋਲੋ ਕਰ ਸਕਦੇ ਹੋ। ਅਸੀਂ ਆਪਣੇ ਬੈਚਸ ਦੇ ਵਿੱਚ, ਅਸੀਂ ਆਪਣੇ ਜੋ ਜੀਕੇ ਰਿਵੀਜ਼ਨ ਬੈਚ ਹੈ, ਹੁਣ ਇੱਕ ਗੱਲ ਹੈਗੀ ਹੈ, ਅਗਰ ਤੁਸੀਂ ਮੰਨ ਕੇ ਚਲੋ ਕਿਤੇ ਬਾਹਰ ਵੀ ਖਾਣ ਜਾਂਦੇ ਹੋ ਨਾ,
ਤਾਂ ਤੁਸੀਂ ਅਗਰ ਲਾਰਜ ਪੀਜ਼ਾ ਵੀ ਲੈਂਦੇ ਹੋ ਤਾਂ 700 ਰੁਪਏ ਦਾ ਪੀਜ਼ਾ ਮਿਨੀਮਮ ਆਉਂਦਾ ਹੀ ਆਉਂਦਾ ਹੈ ਨਾ, ਨਾਲ ਕੋਲਡ ਡਰਿੰਕ ਪਾ ਕੇ 700 750 ਕੋਈ ਵੀ ਕੰਪਨੀ ਦਾ ਪੀਜ਼ਾ ਖਾਂਦੇ ਹੋ ਤੁਸੀਂ, ਕੋਈ ਵੀ ਬ੍ਰਾਂਡ ਦਾ ਪੀਜ਼ਾ ਖਾਂਦੇ ਹੋ ਤਾਂ ਲੱਗਦਾ ਹੀ ਲੱਗਦਾ ਨਾ। ਕੋਈ ਵੀ ਸ਼ਰਟ ਲੈਣ ਜਾਓ, ਟੀ ਸ਼ਰਟ ਲੈਣ ਜਾਓ, ਕੋਈ ਵੀ 1000 ਤੋਂ ਘੱਟ ਚੀਜ਼ ਨਹੀਂ ਹੈਗੀ। ਬਟ ਅਸੀਂ ਤੁਹਾਨੂੰ 500 ਰੁਪਏ ਦੇ ਵਿੱਚ ਰਿਵੀਜ਼ਨ ਕਰਵਾ ਰਹੇ ਹਾਂ ਜੀਕੇ ਦੀ, ਐਂਡ ਉਹ ਵੀ ਫੁੱਲ ਲੈਂਥ ਰਿਵੀਜ਼ਨ ਕਰਵਾ ਰਹੇ ਹਾਂ। ਇਹ ਨਹੀਂ ਵੀ ਮਾੜੀ ਮਾੜੀ ਚੀਜ਼ ਚੱਕ ਲਈ ਕਰਵਾਤੀ, ਪੂਰੀ ਫੁੱਲ ਲੈਂਥ ਰੀਜ਼ਨਿੰਗ ਕਰਵਾ ਰਹੇ ਹਾਂ। ਅੱਗੇ ਹੀ ਮੈਂ ਇੱਕ ਸਟੂਡੈਂਟ ਨਾਲ ਗੱਲ ਹੋ ਰਹੀ ਸੀ ਫਿਰੋਜ਼ਪੁਰ ਤੋਂ, ਤਾਂ ਉਹ ਆਲਰੇਡੀ ਇੱਕ ਜੌਬ ਤੇ ਲੱਗੇ ਹੋਏ ਨੇ, ਕਿਉਂਕਿ ਇੱਕ ਹੁੰਦਾ ਨਾ ਜੌਬ ਤੇ ਹੋਏ ਲੱਗੇ ਨੂੰ ਸਾਰੀਆਂ ਉਹਨੇ ਉਸ ਸਟੇਜ ਚੋਂ ਲੰਘ ਕੇ ਗਿਆ ਹੁੰਦਾ ਹੈ। ਉਹ ਬੱਚੇ ਦਾ ਐਡਾ ਵਧੀਆ ਰਿਵਿਊ ਆਇਆ ਬੱਚਾ ਕਹਿੰਦਾ ਸਰ ਬਹੁਤ ਵਧੀਆ ਕਰਵਾ ਰਹੇ ਹੋ ਤੁਸੀਂ, ਜੋ ਪੰਜਾਬ ਜੀਕੇ ਸਟਾਰਟ ਕੀਤੀ ਬਹੁਤ ਅਲਟੀਮੇਟ ਜੀਕੇ ਕਰਵਾ ਰਹੇ ਹੋ। ਤਾਂ ਮੈਂ ਖੁਦ ਗਰੰਟੀ ਦਿੰਦਾ ਤੁਹਾਨੂੰ, ਇੱਥੋਂ ਤੁਸੀਂ ਕੰਟੈਂਟ ਵਾਲੇ ਪਾਸਿਓਂ ਬਿਲਕੁਲ ਇੱਕ ਪਰਫੈਕਟ ਕੰਟੈਂਟ ਮਿਲੇਗਾ ਜੋ ਕਿ ਪੇਪਰ 'ਚ ਆਉਣ ਵਾਲਾ ਹੋਵੇਗਾ। ਸਾਡਾ ਕਰਵਾਉਣ ਦਾ ਤਰੀਕਾ ਕੀ ਹੈ, ਇਹੀ ਤੁਸੀਂ ਫੋਲੋ ਕਰ ਸਕਦੇ ਹੋ। ਸਾਡੇ ਕੋਲ ਇਸ ਟਾਈਮ ਜਿਹੜੀਆਂ ਹੈਗੀਆਂ ਨੇ ਪੰਜਾਬ ਜੀਕੇ ਦੀਆਂ ਡੇਲੀ ਦੀਆਂ 3 ਕਲਾਸਿਸ ਹੀ ਸਟਾਰਟ ਕੀਤੀਆਂ ਨੇ। 3 ਕਲਾਸਾਂ ਤੁਹਾਨੂੰ ਪੰਜਾਬ ਜੀਕੇ ਦੀਆਂ ਮਿਲਣਗੀਆਂ, ਠੀਕ ਹੈ। ਮੇਰੀਆਂ ਕਲਾਸਿਸ ਹੋਣਗੀਆਂ ਜੋ ਉਹ ਤੁਹਾਨੂੰ ਨੈਕਸਟ ਮੰਥ ਅਗਸਤ ਤੋਂ ਮਿਲਣਗੀਆਂ, ਕਿਉਂਕਿ ਥੋੜ੍ਹਾ ਜਿਹਾ ਘਰੇ ਜਾਣਾ ਪੈਂਦਾ ਹੈ, ਠੀਕ ਹੈ। ਥੋੜ੍ਹੇ ਜਿਹੇ ਐਕਚੁਅਲੀ ਦਾਦਾ ਜੀ ਠੀਕ ਨਹੀਂ, ਤਾਂ ਉਹਨਾਂ ਕਰਕੇ ਥੋੜ੍ਹਾ ਜਿਹਾ ਟਾਈਮ ਟੇਬਲ ਮੇਰਾ ਸੈੱਟ ਨਹੀਂ ਬੈਠ ਰਿਹਾ। ਬਟ ਬਾਕੀ ਤੁਹਾਡੀਆਂ ਜੋ ਕਲਾਸਿਸ ਨੇ ਉਹ ਕੰਟੀਨਿਊ ਰਹਿਣਗੀਆਂ, ਜੋ ਕਿ ਅਦਰ ਟੀਚਰਸ ਬਾਕੀ ਟੀਚਰਸ ਕਰਵਾ ਰਹੇ ਨੇ। ਕਿਉਂਕਿ ਜਿੰਨਾ ਚਿਰ ਤੁਹਾਡਾ ਬੇਸ ਕਲੀਅਰ ਨਹੀਂ ਹੁੰਦਾ, ਜਿੰਨਾ ਚਿਰ ਤੁਹਾਡੇ ਹੱਥ ਕੋਈ ਚੀਜ਼ ਨਹੀਂ ਆਉਂਦੀ, ਉਹਨਾਂ ਚਿਰ ਤੁਹਾਡੀਆਂ ਇੱਕ ਪਿਕ ਐਂਡ ਚੂਜ਼ ਵਾਲਾ ਕੰਮ ਹੈਗਾ ਉਹ ਆਪਾਂ ਅਗਸਤ ਹੀ ਸ਼ੁਰੂ ਕਰਾਂਗੇ। ਇਸ ਮੰਥ ਤੁਸੀਂ ਆਪਣੇ ਅੱਛੇ ਤਰੀਕੇ ਨਾਲ ਜਿਹੜੇ ਮੇਜਰ ਸਬਜੈਕਟਸ ਨੇ ਉਹਨੂੰ ਕਵਰ ਕਰ ਸਕਦੇ ਹੋ, ਠੀਕ ਹੈ। ਜਿਵੇਂ ਕਿ ਮੰਨ ਕੇ ਚੱਲੋ ਇਹ ਆਪਣੇ ਕੋਲ ਪੰਜਾਬ ਜੀਕੇ ਦੇ 3 ਕਲਾਸਿਸ ਡੇਲੀ ਦੀਆਂ ਲਗਾਵਾਂਗੇ, ਲੱਗਣ ਜਾ ਰਹੀਆਂ ਨੇ ਨਾ। ਏਸ਼ੀਅਨ ਹਿਸਟਰੀ ਦੀਆਂ 2 ਕਲਾਸਿਸ, ਇਨਵਾਇਰਨਮੈਂਟ ਦੀਆਂ 2 ਕਲਾਸਿਸ, ਪੋਲਿਟੀ ਦੀਆਂ 2 ਕਲਾਸਿਸ, ਮਾਡਰਨ ਹਿਸਟਰੀ 3 ਕਲਾਸਿਸ, ਤੇ ਨਾਲ ਕਰੰਟ ਅਫੇਅਰ ਤਾਂ ਡੇਲੀ ਲੱਗਦੇ ਨੇ। ਤੁਸੀਂ ਖੁਦ ਦੇਖ ਲਓ, ਬਾਇਓਲੋਜੀ ਆਲਰੇਡੀ ਤੁਹਾਡੇ ਕੋਰਸਿਸ ਐਡ ਹੈਗੀ ਹੈ। ਇਹ ਜੁਲਾਈ ਦੇ ਮੰਥ ਦਾ ਡੇਲੀ ਦਾ ਸ਼ੈਡਿਊਲ ਹੈ। ਜੁਲਾਈ ਦੇ ਮੰਥ ਇਹ ਵਾਲਾ ਚੱਲਣਾ ਹੈ। ਤੁਸੀਂ ਖੁਦ ਹਿਸਾਬ ਲਾ ਲਓ, 3 ਤੇ 2 5 ਤੇ 2 7 ਤੇ 2 9 ਤੇ 3 12 ਕਲਾਸਿਸ ਲੱਗ ਰਹੀਆਂ। 12 ਕਲਾਸਿਸ ਪਲੱਸ ਇੱਕ ਕਰੰਟ ਅਫੇਅਰ ਦੀ 13 ਕਲਾਸਿਸ, ਕਰੰਟ ਅਫੇਅਰ YouTube ਤੇ ਲੱਗ ਰਿਹਾ। 13 ਕਲਾਸਿਸ ਤੁਸੀਂ ਜੀਕੇ ਦਾ ਹੋਰ ਕਿਤੋਂ ਵੀ ਕਰਨ ਦੀ ਲੋੜ ਨਹੀਂ। ਜੀਕੇ ਤੁਸੀਂ ਭਾਵੇਂ ਸਭ ਕੁਝ ਛੱਡ ਕੇ ਸਾਡੇ ਕੋਲ ਅਗਰ 50 ਤੋਂ 60 ਦਿਨ ਲਗਾ ਲੋਗੇ ਨਾ, ਤਾਂ ਤੁਸੀਂ ਕਿਤੇ ਵੀ ਤੁਹਾਨੂੰ ਹੋਰ ਜੀਕੇ ਕਰਨ ਦੀ ਲੋੜ ਨਹੀਂ, ਹੈ ਨਾ। ਅਗਸਤ ਨੈਕਸਟ ਮੰਥ ਮੇਰੀਆਂ ਖੁਦ ਦੀਆਂ ਕਲਾਸਿਸ ਆ ਜਾਣਗੀਆਂ ਨਾ। ਉਸ ਤੋਂ ਇਲਾਵਾ ਮੈਡੀਵਲ ਹਿਸਟਰੀ, ਇਕਨੋਮਿਕਸ, ਸਾਇੰਸ ਟੈਕ, ਜੀਓਗ੍ਰਾਫੀ, ਕਰੰਟ ਅਫੇਅਰ ਚੱਲਦੇ ਰਹਿਣਗੇ। ਕੋਈ ਵੀ ਚੀਜ਼ ਛੱਡ ਕੇ ਨਹੀਂ ਜਾਣੀ, ਕਿਉਂਕਿ ਪੇਪਰ ਦੇ ਵਿੱਚ ਜਨਰਲ ਨੌਲੇਜ ਪਲੱਸ ਕਰੰਟ ਅਫੇਅਰ ਮੈਂਸ਼ਨ ਕੀਤਾ ਹੋਇਆ। ਜਿਵੇਂ ਮੈਂ ਤੁਹਾਨੂੰ ਦੱਸਿਆ 15 ਨੰਬਰ ਦਾ ਕਰੰਟ, ਉਸ ਤੋਂ ਬਾਅਦ ਲਾ ਲਓ 20 ਤੋਂ 22 ਨੰਬਰ ਦੀ ਪੰਜਾਬ ਜੀਕੇ, ਬਾਕੀ ਜੋ ਬਚਦੇ ਨੇ 15 ਨੰਬਰ ਹੁੰਦੇ ਸਭ ਕੁਝ ਆ ਜਾਣਾ। ਤੁਸੀਂ ਕਿਸੇ ਨੂੰ ਕੋਈ ਚੈਲੰਜ ਨਹੀਂ ਕਰ ਸਕਦੇ, ਠੀਕ ਹੈ। 100% ਗਰੰਟੀ, 100% ਤੇ ਤੁਸੀਂ ਸੈਟਿਸਫਾਈ ਹੋਵੋਗੇ ਕਲਾਸਿਸ ਲਗਾ ਕੇ। ਕੰਟੈਂਟ ਕੁਆਲਿਟੀ ਦੇਖਿਆ ਕਰੋ, ਠੀਕ ਹੈ। ਐਵੇਂ ਤੁਸੀਂ ਕਹਿ ਦਿਓ ਵੀ ਤਾਮ ਸ਼ਾਮ ਨਾ ਦੇਖਿਆ ਕਰੋ। ਕੰਟੈਂਟ ਕੁਆਲਿਟੀ ਦੇਖੋ, ਜੋ ਤੁਹਾਨੂੰ ਐਕਚੁਅਲ 'ਚ ਕੰਟੈਂਟ ਕੁਆਲਿਟੀ ਦਿੱਤੀ ਜਾ ਰਹੀ ਹੈ ਸਾਡੇ ਵੱਲੋਂ, ਹੈ ਨਾ। ਉਸ ਤੋਂ ਇਲਾਵਾ ਅਗਰ ਅੱਛਾ ਰਿਜ਼ਲਟ ਅੱਛਾ ਦਿਓਗੇ ਤਾਂ ਅੱਛਾ ਹੀ ਤੁਹਾਨੂੰ ਮਿਲੇਗਾ। ਜਿਵੇਂ ਕਹਿੰਦੇ ਨੇ ਅੱਛਾ ਬੀਜੋਗੇ ਤਾਂ ਅੱਛਾ ਹੀ ਉਹ ਤੁਹਾਨੂੰ ਮਿਲੇਗਾ ਨਾ। ਅੱਛਾ ਕੰਟੈਂਟ ਦਿਓਗੇ ਤਾਂ ਐਵੇਂ ਟੌਪਰ ਬਣੋਗੇ, ਜਿਵੇਂ ਇਹ ਟੌਪਰਸ ਬਣੇ ਹੋਏ ਨੇ। ਗੁਰਦੇਵ ਸਿੰਘ ਰੈਂਕ 1 ਇਨ ਐਕਸਾਈਜ਼ ਇੰਸਪੈਕਟਰ 2018, ਲਵਪ੍ਰੀਤ 2021 ਦੇ ਵਿੱਚ EWS ਫਸਟ ਰੈਂਕ, ਠੀਕ ਹੈ। ਵਿਕਰਮਵੀਰ ਸਿੰਘ 6th ਰੈਂਕ ਇਨ 2021 ਐਕਸਾਈਜ਼ ਇੰਸਪੈਕਟਰ। BLEO ਬਲਾਕ ਲੈਵਲ ਐਕਸਟੈਂਸ਼ਨ ਆਫਿਸਰ ਚੋਂ 6th ਰੈਂਕ ਜਰਨਲ 'ਚ। ਸਕੋਰ ਪਤਾ ਕਿੰਨਾ ਹੈ? 90% ਨੰਬਰ। ਕਿਉਂ? ਕਿਉਂਕਿ ਕਨਸੈਪਟ ਕਲੀਅਰ ਸੀਗੇ, ਅੱਛਾ ਕੰਟੈਂਟ ਮਿਲਿਆ ਹੋਇਆ ਸੀਗਾ, ਐਕੂਰੇਟ ਕੰਟੈਂਟ ਮਿਲਿਆ ਹੋਇਆ ਸੀ, ਹੈ ਨਾ। ਸ਼ੁਭਜੋਤ ਜੋੜੀ ਦੇਖ ਸਕਦੇ ਹੋ, ਦੋਨੋਂ ਟੌਪਰਾਂ ਦੀ ਜੋੜੀ ਹੈ, ਗੁਰਦੇਵ ਐਂਡ ਸ਼ੁਭਜੋਤ ਨਾ। ਸ਼ੁਭਜੋਤ ਰੈਂਕ 5 ਇਨ P++ ਕਲਰਕ। ਇਸ ਤੋਂ ਵਧੀਆ ਰਿਜ਼ਲਟ, ਇਸ ਤੋਂ ਅੱਛਾ ਕੰਟੈਂਟ ਕੁਆਲਿਟੀ ਸ਼ਾਇਦ ਤੁਹਾਨੂੰ ਹੋਰ ਕਿਤੇ ਮਿਲੇ, ਠੀਕ ਹੈ। ਐਂਡ ਤੁਸੀਂ ਜੁਆਇਨ ਕਰ ਸਕਦੇ ਹੋ ਸਾਡਾ ਰਿਵੀਜ਼ਨ ਬੈਚ, ਜੋ ਕਿ ਆਲਰੇਡੀ ਅੱਜ ਤੋਂ ਸਟਾਰਟ ਹੋ ਚੁੱਕਾ ਹੈ। 499 ਇਸ ਦੀ ਫੀਸ ਹੈ, 5 ਮੰਥ ਲਈ ਤੁਹਾਨੂੰ ਵੈਲਿਡ ਰਹੇਗਾ, ਠੀਕ ਹੈ। ਐਪ ਹੈਗੀ CBC ਸਿਕਸ਼ਾ, ਵੈਬਸਾਈਟ ਹੈਗੀ cbcsiksha.com। ਤੁਸੀਂ ਵਿਜ਼ਿਟ ਕਰਕੇ ਆਪਣਾ ਕੋਰਸਿਸ ਬਾਏ ਕਰ ਸਕਦੇ ਹੋ। ਓਕੇ, ਥੈਂਕ ਯੂ ਰਾਜੇ, ਬੈਸਟ ਆਫ ਲੱਕ। ਬਾਕੀ ਕਿਸੇ ਵੀ ਗੱਲ ਦੀ ਕੋਈ ਵਰੀ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਤਾਂ ਨੈਕਸਟ ਮੰਥ ਤੋਂ ਮੇਰੀਆਂ ਵੀ ਕਲਾਸਿਸ ਸਟਾਰਟ ਹੋ ਜਾਣਗੀਆਂ ਇਸੇ ਕੋਰਸ ਦੇ ਵਿੱਚ। ਤਾਂ
ਜੋ ਕੰਟੈਂਟ ਕੁਆਲਿਟੀ ਤੁਹਾਨੂੰ ਅੱਜ ਤੋਂ ਮਿਲਣੀ ਸਟਾਰਟ ਹੋਈ ਹੈ, ਮੈਂ ਖੁਦ ਉਸ ਨਾਲ ਬਹੁਤ ਸੈਟੀਸਫਾਈ ਹਾਂ, ਕਿਉਂਕਿ ਕੰਟੈਂਟ ਕੁਆਲਿਟੀ ਤੁਸੀਂ ਖੁਦ ਕੋਰਸਿਸ 'ਚ ਦੇਖੋਗੇ ਐਂਡ ਆਲਰੇਡੀ ਇਹੀ ਕੰਟੈਂਟ ਕੁਆਲਿਟੀ ਬਾਕੀ ਕੋਰਸਿਸ ਦੇ ਵਿੱਚ ਵੀ ਦਿੱਤੀ ਗਈ ਹੈ। ਤਾਂ ਤੁਹਾਨੂੰ ਕਿਸ ਤੋਂ ਵੀ ਹੋਰ ਜਾਣ ਦੀ ਲੋੜ ਨਹੀਂ, ਬੈਸਟ ਇੰਸਟੀਟਿਊਟ ਤੁਸੀਂ ਤਿਆਰੀ ਕਰ ਸਕਦੇ ਹੋ। ਓਕੇ, ਥੈਂਕ ਯੂ ਰਾਜ, ਬੈਸਟ ਆਫ ਲੱਕ।